ਦਿੱਲੀ ਦੇ ਵਿੱਚ ਹੋਈ ਦੇਸ਼ ਦੀ 250 ਦੇ ਕਰੀਬ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਧਰਨੇ ਦੇ ਉੱਪਰ ਬੈਠੇ ਕਿਸਾਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰ ਗਿਆ ਹੈ, ਕਿਉਂਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਵੱਲੋਂ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਨਾਲ ਇੱਕ ਲੜਾਈ ਲੜੀ ਜਾ ਰਹੀ ਹੈ ਅਤੇ ਇਸ ਮੀਟਿੰਗ ਤੋਂ ਹੋਏ ਫੈਸਲੇ ਦੇ ਮੁਤਾਬਕ 5 ਨਵੰਬਰ ਨੂੰ ਦੇਸ਼ ਭਰ ਦੇ ਵਿੱਚ 4 ਘੰਟੇ ਦੇ ਲਈ ਜਾਮ ਲਗਾਇਆ ਜਾਵੇਗਾ। ਉੱਥੇ ਕਿਸਾਨਾਂ ਦੇ ਧਰਨੇ ਦੇ ਵਿੱਚ ਪੰਜਾਬੀ ਕਲਾਕਾਰਾਂ ਦੀ ਸ਼ਮੂਲੀਅਤ ਵੀ ਲਗਾਤਾਰ ਜਾਰੀ ਹੈ। ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਉੱਪਰ ਚੱਲ ਰਹੇ ਕਿਸਾਨ ਧਰਨੇ ਦੇ ਵਿੱਚ ਅੱਜ ਪੰਜਾਬੀ ਗਾਇਕ ਗੁਰਵਿੰਦਰ ਸਿੰਘ ਬਰਾੜ ਦੇ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਹਰ ਤਰੀਕੇ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਉੱਥੇ ਅੱਜ ਇਸ ਧਰਨੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸਮਰਥਕ ਪਹੁੰਚੇ ਅਤੇ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਵੀ ਇਸ ਧਰਨੇ ਦੇ ਵਿੱਚ ਹਾਜ਼ਰ ਰਹੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਪੰਜਾਬੀ ਗਾਇਕ ਗੁਰਵਿੰਦਰ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਅਸੀਂ ਜੀ ਜਿਸ ਦਿਨ ਤੋਂ ਇਹ ਸੰਘਰਸ਼ ਚੱਲੇ ਨੇ ਅਸੀਂ ਉਸੇ ਦਿਨ ਤੋਂ ਹੀ ਕਿਸਾਨ ਯੂਨੀਅਨਸ ਦੇ ਜਿਹੜੇ ਧਰਨੇ ਆ ਉਹ ਅਟੈਂਡ ਕਰ ਰਹੇ ਹਾਂ ਔਰ ਵੱਖ-ਵੱਖ ਥਾਵਾਂ ਤੇ ਜਾ ਰਹੇ ਹਾਂ। ਅੱਜ ਫਰੀਦਕੋਟ ਆਉਣ ਦਾ ਸਬਬ ਬਣਿਆ ਸੋ ਧਾਰਨਾ ਇਹੀ ਹੈ ਕਿ ਕਲਾਕਾਰਾਂ ਦੇ ਨਾਲ ਯੂਥ ਜੁੜਿਆ ਹੁੰਦਾ ਹੈ, ਹੋਰ ਲੋਕ ਜੁੜੇ ਹੁੰਦੇ ਆ ਤੇ ਉਹ ਅੱਜ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਸਾਰੇ ਇਕੱਠੇ ਹੋਏ ਆ, ਉਹਦੇ 'ਚ ਇਜ਼ਾਫਾ ਵੀ ਹੋਇਆ ਇਕੱਠ ਦੇ ਵਿੱਚ। ਸੋ ਉਸ ਚੀਜ਼ ਨੂੰ ਇੱਕ ਆਮ ਜਿਹੜੀ ਯੂਥ ਹੈ ਜਿਨ੍ਹਾਂ ਦੀ ਡਿਸਕਸ਼ਨ ਪਹਿਲਾਂ ਕੋਈ ਗਾਣਿਆਂ ਦੀ ਹੁੰਦੀ ਸੀ ਜਾਂ ਹੋਰ ਗੱਲਾਂ ਕਰਦੇ ਸੀਗੇ, ਅੱਜ ਉਹਨਾਂ ਦੀ ਡਿਸਕਸ਼ਨ ਹੈ ਵੀ MSP ਕੀ ਹੁੰਦਾ ਹੈ, ਜਿਹੜੇ ਕੰਟਰੈਕਟ ਤੇ ਫਾਰਮ ਦਿੱਤੇ ਜਾਂਦੇ ਉਹ ਕੀ ਹੁੰਦੇ ਆ। ਸੋ ਇਹ ਉਹਨਾਂ ਦੀ ਡਿਸਕਸ਼ਨ 'ਚ ਫਰਕ ਪਿਆ। ਅੱਜ ਨੌਜਵਾਨਾਂ ਦੇ ਮੋਟਰਸਾਈਕਲਾਂ ਯੂਨੀਅਨ ਦੇ ਝੰਡੇ ਲੱਗੇ ਜੋ ਕਿ ਬਹੁਤ ਸ਼ੁਭ ਸੰਕੇਤ ਹੈ। ਲਗਾਤਾਰ ਦੇਖਿਆ ਗਿਆ ਕਿ ਜਿਹੜੇ ਧਰਨਿਆਂ ਦੇ ਵਿੱਚ ਪਹੁੰਚ ਰਹੇ ਜਾਂ ਆਪਦੇ ਅਲੱਗ ਤੌਰ 'ਤੇ ਵੀ ਜਿਹੜਾ ਲਗਾਤਾਰ ਕਲਾਕਾਰ ਨੇ ਜਿਹੜੇ ਆਪਦੇ ਤੌਰ 'ਤੇ ਕੀ ਮੰਨਦੇ ਹੋ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਕਿਸ ਪਾਸੇ ਵੱਲ ਨੂੰ ਜਾ ਰਿਹਾ ਔਰ ਕੀ ਪ੍ਰਾਪਤੀਆਂ ਕਰ ਸਕਦਾ ਹੈ ਸੰਘਰਸ਼? ਦੇਖੋ ਜੀ, ਜਿਸ ਤਰ੍ਹਾਂ ਹੁਣ ਇੱਕ ਇਤਫਾਕ ਬਣਿਆ ਹੋਇਆ ਇਕੱਲੇ ਕਿਸਾਨਾਂ ਦਾ ਨਹੀਂ, ਕਿਸਾਨ, ਮਜ਼ਦੂਰ, ਪੱਲੇਦਾਰ, ਆੜ੍ਹਤੀਆ, ਕਲਾਕਾਰ, ਮਤਲਬ ਹਰ ਇੱਕ ਵਰਗ ਹੈ ਜਿਹੜਾ ਉਹ ਅੱਜ ਪਹਿਲੀ ਵਾਰੀ ਹੈ ਕਿ ਇੱਕ ਮੰਚ 'ਤੇ ਇਕੱਠਾ ਹੋਇਆ ਔਰ ਇਹ ਏਕਤਾ ਇਹਦੇ ਨਾਲ ਇਹ ਕਿਸਾਨੀ ਸੰਘਰਸ਼ਾਂ ਦੇ ਮਸਲੇ ਤਾਂ ਬਿੱਲਾਂ ਵਾਲੇ ਤਾਂ ਹੱਲ ਹੋਣੇ ਹੀ ਹੋਣੇ, ਪਰ ਇੱਕ ਜਿਹੜਾ ਮੰਚ ਮਿਲਿਆ ਇਸ ਮੰਚ ਦੇ ਉੱਪਰੋਂ ਅਸੀਂ ਹੋਰ ਕਿਸਾਨੀ ਦੀਆਂ, ਮਜ਼ਦੂਰੀ ਦੀਆਂ ਸਮੱਸਿਆਵਾਂ ਜਿਵੇਂ ਪਹਿਲਾਂ ਕਿਸਾਨ ਯੂਨੀਅਨ ਹੱਲ ਕਰਦੀ ਆਈ ਹੈ, ਉਹ ਪਹਿਲਾਂ ਕਿਸਾਨ ਯੂਨੀਅਨ ਆਪਦੇ ਬੇਸ 'ਤੇ ਕਰਦੀ ਰਹੀ ਹੱਲ, ਪਰ ਹੁਣ ਉਹਨਾਂ ਦੇ ਸਾਰੇ ਜਣੇ ਇੱਕ ਮੰਚ 'ਤੇ ਇਕੱਠੇ ਹੋ ਕੇ ਕਿਸਾਨ ਯੂਨੀਅਨ ਦੇ ਝੰਡੇ ਦੇ ਥੱਲੇ, ਸੋ ਉਹ ਬਹੁਤ ਸੁਖਾਲਾ ਹੋ ਜਾਣੀਆਂ ਚੀਜ਼ਾਂ। ਜਿਸ ਤਰ੍ਹਾਂ ਕਿ ਗੱਲ ਕੀਤੀ ਜਾਂਦੀ ਕਿ ਜਿਹੜੇ ਕਾਲੇ ਕਾਨੂੰਨ ਜਿਹਨੇ ਕਿਸਾਨਾਂ ਨੇ ਲਗਾਤਾਰ ਕਹਿ ਰਹੇ ਨੇ ਕਿ ਕਾਲੇ ਕਾਨੂੰਨ ਲਿਆਂਦੇ ਗਏ ਨੇ, ਉਹਨਾਂ ਦਾ ਤਲਕ ਸਿਰਫ ਕਿਸਾਨਾਂ ਨਾਲ ਨਹੀਂ ਕਿ ਆਮ ਪਬਲਿਕ ਨਾਲ, ਮਜ਼ਦੂਰਾਂ ਨਾਲ, ਆੜ੍ਹਤੀਆਂ ਨਾਲ ਵੀ ਸੰਬੰਧਿਤ ਨੇ। ਸਾਰੀ ਜਿਹੜੀ ਪੰਜਾਬ ਦੀ ਜਿਹੜੀ ਲੋਕ ਨੇ ਜਾਂ ਹੋਰ ਜਿਹੜੇ ਕਿਸਾਨ ਜਿੱਥੇ ਵੀ ਹੈਗਾ ਇਫੈਕਟ ਹੋਏਗਾ, ਉਸ ਨੂੰ ਲੈ ਕੇ ਕੀ ਸੋਚਦੇ ਹੋ ਕਿ ਹੁਣ ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਹੋਣੀ ਚਾਹੀਦੀ? ਵੀ ਪਬਲਿਕ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਜਾਂ ਕਿਸ ਤਰ੍ਹਾਂ ਦੀ ਲੜਾਈ ਕਿਸਾਨਾਂ ਦੀ ਹੋਣੀ? ਪਬਲਿਕ ਦੇਖੋ ਜੀ, ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਤਾਂ ਵੀ ਜਿਹੜਾ ਸ਼ਮੂਲੀਅਤ ਹੋ ਰਹੀ ਹੈ ਇਕੱਠਾਂ ਦੇ ਵਿੱਚ ਜਿੱਥੇ ਵੀ ਧਰਨੇ ਲੱਗੇ ਹੋਏ ਆ, ਉਹਦੇ ਵਿੱਚ ਇਹ ਹੈ ਵੀ ਜਾਗਰੂਕਤਾ ਹੌਲੀ, ਕਿਉਂਕਿ ਜੇ ਕਿਸਾਨ ਅਫੈਕਟਡ ਹੈ ਤਾਂ ਉਹ ਸਾਰੇ ਦਾ ਸਾਰਾ ਛੋਟਾ ਦੁਕਾਨਦਾਰ ਵੀ ਉਹਦੇ ਪ੍ਰਭਾਵ ਥੱਲੇ ਆਊਗਾ, ਮਜ਼ਦੂਰ ਨੇ ਤਾਂ ਆਉਣਾ ਹੀ ਆਉਣਾ, ਸੋ ਵਪਾਰੀ ਵਰਗ ਵੀ ਉਹਦੇ ਪ੍ਰਭਾਵ ਥੱਲੇ ਆਊਗਾ। ਦੇਖੋ ਪਹਿਲਾਂ ਹੀ ਇੱਕ ਬਠਿੰਡੇ ਦੇ ਵਿੱਚ ਇੱਕ ਸਾਡੇ ਵਪਾਰੀ ਵੀਰ ਨੇ ਆਤਮ ਹੱਤਿਆ ਕੀਤੀ, ਬੜੀ ਦੁਖਦਾਈ ਘਟਨਾ ਵਾਪਰੀ ਹੈ। ਪਹਿਲਾਂ ਇਹ ਖੁਦਕੁਸ਼ੀਆਂ ਦਾ ਰੁਝਾਨ ਕਿਸਾਨਾਂ ਵੱਲ ਸੀ, ਉਹ ਹੁਣ ਇਹ ਮੋੜਾ ਕੱਢਦਾ ਸਾਰਿਆਂ ਵੱਲ ਹੀ ਜਾ ਰਿਹਾ, ਕਿਉਂਕਿ ਕਿਸਾਨੀ ਹੈ ਜਿਹੜੀ ਧੁਰ ਹੈ ਉਹਦੇ ਆਲੇ ਦੁਆਲੇ ਸਾਰੀ ਚੀਜ਼ ਨੇ ਘੁੰਮਣਾ। ਜੇ ਕਿਸਾਨੀ ਡੁੱਬ ਗਈ ਤਾਂ ਸਾਰੇ ਕਾਰੋਬਾਰੀ ਡੁੱਬ ਜਾਣਗੇ। ਸੋ ਅੱਜ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਜਿਹੜੇ ਦੋਸਤ ਮਿੱਤਰ ਜਿਹੜੇ ਅਜੇ ਤੱਕ ਵੀ ਇਸ ਸੰਘਰਸ਼ ਦੇ ਨਾਲ ਜੁੜੇ ਨਹੀਂ, ਮੇਰੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਸਾਰੇ ਹੰਬਲਾ ਮਾਰੀਏ। ਕਹਿੰਦੇ ਉਹ ਪਾਤਰ ਸਾਹਿਬ ਦੇ ਸ਼ੇਰ ਵਾਂਗੂ ਕਿ ਲੱਗੀ ਜੇ ਤੇਰੇ ਕਾਲਜੇ ਅਜੇ ਛੁਰੀ ਨਹੀਂ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ, ਹਾਲਤ ਬੁਰੀ ਹੋਣ ਵਾਲੀ ਹੈ। ਇਹਦਾ ਪ੍ਰਭਾਵ ਆਪਣੇ ਸਾਰਿਆਂ ਤੇ ਪੈਣਾ। ਦੇਖੋ, ਇਹ ਜਿਹੜਾ ਸੰਘਰਸ਼ ਹੈ ਅਸਲ ਵਿੱਚ ਇਹਦਾ ਮੁੱਢ ਵੱਜ ਗਿਆ ਸੀ 2 ਸਾਲ ਪਹਿਲਾਂ ਮੋਦੀ ਦੀਆਂ ਨੀਤੀਆਂ ਨੂੰ ਭਾਂਪ ਕੇ, ਤੇ ਜਦੋਂ 5 ਜੂਨ ਨੂੰ ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ, ਅੰਦੋਲਨ 'ਚ ਤੇਜ਼ੀ ਆ ਗਈ, ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਅੱਜ ਸਾਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਚੁੱਕੀਆਂ ਔਰ ਇਸ ਅੰਦੋਲਨ ਨੂੰ ਪੰਜਾਬ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਇਹਨੂੰ ਬਹੁਤ ਸਰਗਰਮੀ ਨਾਲ ਇਹਨੂੰ ਫੈਲਾਇਆ ਜਾ ਰਿਹਾ ਹੈ ਔਰ 5 ਤਾਰੀਖ ਨੂੰ ਅਸੀਂ ਸਾਰੇ ਦੇਸ਼ ਵਿੱਚ 12 ਤੋਂ 4 ਵਜੇ ਤੱਕ ਇਹਨਾਂ ਦੇ ਰੋਸ ਵਜੋਂ ਤੇ ਇੱਕ ਜਿਹੜਾ ਕੇਂਦਰ ਸਰਕਾਰ ਨੇ ਅਸੀਂ ਰੇਲਾਂ ਤੋਂ ਜਿਹੜੀ ਗੁੱਡਸ ਟ੍ਰੇਨ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਹੋਇਆ, ਉਹਦੇ ਬਾਵਜੂਦ ਪੰਜਾਬ ਨੂੰ ਸਜ਼ਾ ਦੇਣ ਲਈ ਉਹਨਾਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਉਹਨਾਂ ਨੇ ਜਿਹੜੀਆਂ ਗੁੱਡਸ ਟ੍ਰੇਨ ਬੰਦ ਕੀਤੀਆਂ, ਇਹਦੇ ਪ੍ਰੋਟੈਸਟ ਵਜੋਂ 5 ਤਰੀਕ ਨੂੰ 12 ਤੋਂ 4 ਵਜੇ ਤੱਕ ਚੱਕਾ ਜਾਮ ਸਾਰੇ ਦੇਸ਼ ਵਿੱਚ ਰਹੇਗਾ।
ਇਹੀ ਅੰਦੋਲਨ ਸੀ ਜਿਹਦੀ ਵਜ੍ਹਾ ਕਰਕੇ ਬੀਬਾ ਹਰਸਿਮਰਤ ਕੌਰ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ। ਇਹੀ ਅੰਦੋਲਨ ਦੀ ਵਜ੍ਹਾ ਸੀ ਜਿਹਦੇ ਕਰਕੇ NDA ਚੋਂ ਅਕਾਲੀ ਦਲ ਨੂੰ ਬਾਹਰ ਆਉਣਾ ਪਿਆ। ਇਹੀ ਅੰਦੋਲਨ ਦੀ ਵਜ੍ਹਾ ਸੀ ਜਿਹਦੇ ਕਰਕੇ ਕੈਪਟਨ ਅਮਰਿੰਦਰ ਨੂੰ ਅਸੈਂਬਲੀ ਸੈਸ਼ਨ ਸਪੈਸ਼ਲ ਬੁਲਾਉਣਾ ਪਿਆ। ਇਹੀ ਅੰਦੋਲਨ ਦੀ ਵਜ੍ਹਾ ਕਰਕੇ ਕੈਪਟਨ ਅਮਰਿੰਦਰ ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਉਹ ਤਿੰਨੇ ਐਕਟ ਨੇ ਜਿਹੜੇ ਉਹਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰਨਾ ਪਿਆ। ਇਹੀ ਅੰਦੋਲਨ ਦੀ ਵਜ੍ਹਾ ਕਰਕੇ ਸਾਰੇ ਸਾਡੇ 115 MLA ਗਵਰਨਰ ਕੋਲ ਜਾਂਦੇ ਨੇ। ਇਹਦਾ ਮਤਲਬ ਇਹ ਹੈ ਬਈ ਸਾਰਾ ਪੰਜਾਬ ਚੱਲ ਕੇ ਉੱਥੇ ਗਿਆ, ਇੱਕ ਸਾਰੇ ਹਿੰਦੁਸਤਾਨ ਨੂੰ ਮੈਸੇਜ ਦੇ ਦਿੱਤਾ ਵੀ ਸਾਰਾ ਪੰਜਾਬ ਇਸ ਮਸਲੇ ਤੇ ਇਕੱਠਾ ਹੈ। ਔਰ ਅੱਜ ਹੁਣ ਜਦੋਂ ਉਹਨਾਂ ਨੇ ਹਾਲੇ ਝੁਕਣ ਦੀ ਕੋਈ ਮੰਗਾਂ ਮੰਨਣ ਦੀ ਜਾਇਜ਼ ਮੰਗਾਂ ਮੰਨਣ ਦੀ ਗੱਲ ਨਹੀਂ ਕੀਤੀ, ਜਿੱਥੇ ਸੰਵਿਧਾਨ ਦੀ ਬਾਰ-ਬਾਰ ਉਲੰਘਣਾ ਕੀਤੀ ਗਈ ਹੈ। ਇਹ ਐਕਟ ਜੇ ਸਹੀ ਅਰਥਾਂ ਵਿੱਚ ਪੁੱਛੋ ਤਾਂ ਕਾਨੂੰਨੀ ਪੱਖੋਂ ਕਿਤੇ ਨਹੀਂ ਖੜਦੇ, ਪਰ ਸਾਡੀ ਬਦਕਿਸਮਤੀ ਇਹ ਹੈ ਵੀ ਸਾਡੀ ਸੁਪਰੀਮ ਕੋਰਟ ਤੇ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ। ਸੁਪਰੀਮ ਕੋਰਟ 'ਚ ਸਿਰਫ ਇਸ ਕਰਕੇ ਬੇਵਿਸ਼ਵਾਸੀ ਅਸੀਂ ਨਹੀਂ ਗਏ, ਅਦਰਵਾਈਜ਼ ਪਹਿਲੀ ਤਰੀਕ ਇਹ ਸਾਰੇ ਕਾਨੂੰਨ ਰੱਦ ਹੋ ਜਾਣੇ ਚਾਹੀਦੇ ਨੇ। ਇੰਨੀ ਵੱਡੀ ਪੱਧਰ ਤੇ ਸੰਵਿਧਾਨ ਦੀ ਵਾਇਲੇਸ਼ਨ ਹੋਈ ਹੈ। 5 ਨਵੰਬਰ ਜਿਹੜਾ ਆਪਣਾ ਹੈਗਾ ਇਹਦੇ ਵਿੱਚ ਕਿੱਦਾਂ ਦਾ ਰਹੂਗਾ ਤੇ ਕੀ ਇਹਦੇ ਵਿੱਚ ਕੀਤਾ ਜਾਊਗਾ? ਦੇਖੋ ਜੀ, ਉਸ ਕੱਲ੍ਹ ਦੀ ਮੀਟਿੰਗ ਵਿੱਚ 5 ਮੈਂਬਰਸ ਦੀ ਕਮੇਟੀ ਬਣਾਈ ਗਈ ਹੈ ਜਿਹੜੇ ਸਾਰੇ 5 ਤਰੀਕ ਦਾ ਤੇ 26-27 ਵਾਲੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰੇਗੀ। ਤੇ ਇੱਕ ਇਹ ਵੀ ਕਰੇਗੀ ਕੁਝ ਜਥੇਬੰਦੀਆਂ ਹਾਲੇ ਵੀ ਨੇ ਥੋੜ੍ਹੀਆਂ ਬਹੁਤ ਛੋਟੀ ਗਿਣਤੀ ਜਿਹੜੀਆਂ ਬਾਹਰ ਨੇ। ਅਸੀਂ ਉਹ 5 ਮੈਂਬਰੀ ਟੀਮ ਜਿਹੜੀ ਆ ਉਹ ਕੋਸ਼ਿਸ਼ ਕਰੇਗੀ ਉਹਨਾਂ ਨੂੰ ਵੀ ਆਉਣ ਵਾਲੇ ਥੋੜ੍ਹੇ ਜਿਹੇ ਦਿਨਾਂ 'ਚ, ਬਹੁਤ ਲੰਬਾ ਅਰਸਾ ਨਹੀਂ, ਸਾਡੇ ਕੋਲ ਸਮਾਂ ਥੋੜ੍ਹਾ ਹੈ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਇਹ ਪੂਰੇ ਟੋਟਲ ਦੇਸ਼ ਦੀਆਂ ਜਿੰਨੀਆਂ ਜਥੇਬੰਦੀਆਂ ਇੱਕ ਥਾਂ ਇਕੱਠੇ, ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਅਸੀਂ ਲੜਾਈ ਦੇਵਾਂਗੇ। ਉਹਦੇ ਲਈ ਇਹ 5 ਮੈਂਬਰੀ ਕਮੇਟੀ ਬਣਾਈ। ਆਮ ਪੰਜਾਬ ਦੇ ਵਿੱਚ ਸ਼ਰਾਰਤੀ ਅਨਸਰ ਕਾਫੀ ਆ ਜਾਂਦੇ ਧਰਨੇ ਵਿੱਚ। ਹਾਂਜੀ, ਸ਼ਰਾਰਤੀ ਅਨਸਰ ਆ ਜਾਂਦੀ ਕਿਉਂਕਿ ਲਗਾਤਾਰ ਵੀ ਕਿਤੇ ਤੁਹਾਡੇ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀ ਸ਼ਰਾਰਤੀ ਅਨਸਰ ਤੋਂ ਬਚਣ ਲਈ ਤੁਹਾਡੇ ਵੱਲ ਕਿੱਦਾਂ ਦੇ ਇਸ ਟਾਈਮ ਉਪਰਾਲਾ ਕੀਤਾ ਜਾਊਗਾ? ਅਸੀਂ ਦੇਖੋ ਰੋਜ਼ ਵਰਕਰਸ ਨੂੰ ਇਹੀ ਚੌਕਸ ਕਰਦੇ ਹਾਂ ਵੀ ਤੁਹਾਡੇ ਅੰਦੋਲਨ ਦੀ ਤਾਕਤ ਇਹੀ ਹੈ ਵੀ ਤੁਸੀਂ ਸ਼ਾਂਤਮਈ ਅੰਦੋਲਨ ਚਲਾਉਂਦੇ ਹੋ, ਤੇ ਜਿਹੜਾ ਵੀ ਅੰਦੋਲਨ ਜਿਹਦੇ ਵਿੱਚ ਹਿੰਸਾ ਆ ਗਈ ਉਹਨੇ ਡੁੱਬਣਾ ਹੀ ਡੁੱਬਣਾ, ਉਹਨੂੰ ਕੋਈ ਤਾਕਤ ਬਚਾ ਨਹੀਂ ਸਕਦੀ। ਸਾਰੀ ਦੁਨੀਆ ਦੀ ਇਹ ਇੱਕ ਹਿਸਟਰੀ ਹੈ। ਔਰ ਅੱਜ ਸਾਰੇ ਦੁਨੀਆ ਵਿੱਚ ਬੈਠਾ ਪੰਜਾਬੀ ਤੁਹਾਡੇ ਇਸ ਅੰਦੋਲਨ ਦੀ ਹਮਾਇਤ ਕਰ ਰਿਹਾ। ਮੈਨੂੰ ਰੋਜ਼ ਫੋਨ ਆਉਂਦੇ ਨੇ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਡਿਵੈਲਪ ਕੰਟਰੀਜ਼ ਤੋਂ ਰੋਜ਼ ਫੋਨ ਆਉਂਦੇ ਨੇ, ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ, ਉਹ ਕਦੀ ਕਹਿਣਗੇ ਪੈਸੇ, ਮੈਂ ਕਿਹਾ ਉਹ ਪੈਸੇ ਪੂਸੇ ਕਿਸੇ ਨੂੰ ਨਾ ਦਿਓ, ਤੁਹਾਨੂੰ ਬੇਨਤੀ ਹੈ, ਪੈਸੇ ਇੱਥੇ ਹੀ ਲੋਕ ਬਥੇਰੇ ਦੇਈ ਜਾਂਦੇ ਆ, ਤੁਸੀਂ ਇਕੱਠੇ ਹੋ ਕੇ ਇੱਥੇ ਆਪਣੀ ਕੌਂਸੂਲੇਟ ਵਿੱਚ ਮੈਮੋਰੰਡਮ ਦੇ ਦਿਓ। ਅੱਜ ਸਾਰੇ ਇਹ ਹਵਾ ਫੈਲ ਗਈ ਹੈ, ਹਰ ਸ਼ਹਿਰ ਵਿੱਚ ਜਿੱਥੇ ਵੀ ਦੁਨੀਆ ਦੇ ਕਿਸੇ ਵੀ ਸ਼ਹਿਰ 'ਚ ਬੈਠੇ ਨੇ ਪੰਜਾਬੀ ਇਕੱਠੇ ਹੋ ਕੇ ਕੌਂਸੂਲੇਟਸ ਦੇ ਵਿੱਚ ਮੈਮੋਰੰਡਮ ਦੇ ਰਹੇ ਨੇ। UNO ਦੇ ਅੱਗੇ ਰੋਜ਼ ਮੁਜ਼ਾਹਰਾ ਹੁੰਦਾ, UNO ਦੇ ਅੱਗੇ ਧਰਨੇ ਦਿੱਤੇ ਜਾ ਰਹੇ ਨੇ। ਇਹ ਪੰਜਾਬੀਆਂ ਦੇ ਪਹਿਲੀ ਵਾਰੀ ਇਸ ਤਰ੍ਹਾਂ ਦਾ ਇਤਿਹਾਸ ਰਚਿਆ ਜਾ ਰਿਹਾ ਹੈ ਵੀ ਪੰਜਾਬੀ ਇਕਮੁੱਠ ਹੋ ਕੇ ਇਸ ਮਸਲੇ ਨੂੰ ਸਾਰੇ ਸਮਝਣ ਲੱਗੇ ਨੇ ਵੀ ਸਾਰਾ ਸਾਂਝਾ ਮਸਲਾ ਹੈ। ਇਹ ਕਿਸੇ ਇੱਕ ਦਾ ਨਹੀਂ, ਇਕੱਲੇ ਕਿਸਾਨਾਂ ਦਾ ਨਹੀਂ, ਸਮੁੱਚੇ ਮਜ਼ਦੂਰਾਂ ਦਾ, ਕਿਸਾਨਾਂ ਦਾ, ਦੁਕਾਨਦਾਰਾਂ ਦਾ, ਵਪਾਰੀਆਂ ਦਾ, ਮੁਲਾਜ਼ਮਾਂ ਦਾ, ਸਾਰਿਆਂ ਦਾ ਸਾਂਝਾ ਮਸਲਾ। ਇਸ ਕਰਕੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜ ਰਹੇ ਨੇ। ਵੇਖਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੀ ਪੰਜਾਬ ਦੇ ਰਾਸ਼ਟਰਪਤੀ ਲਾਗੂ ਕਰਨਾ ਲੱਗ ਰਹੇ, ਸਾਰ ਲੱਗ ਰਹੇ ਨੇ, ਇਹਦੇ ਵਿੱਚ ਤੁਹਾਡਾ ਕੀ ਕਹਿਣਾ? ਸਾਨੂੰ ਕੋਈ ਫਰਕ ਨਹੀਂ ਪੈਂਦਾ, ਰਾਜ ਭਾਗ ਚਲਾਉਣਾ ਉਹਨਾਂ ਕੋਈ ਚਲਾਵੇ। ਹਾਂ, ਇਹ ਠੀਕ ਹੈ ਵੀ ਅਸੀਂ ਡੈਮੋਕ੍ਰੇਸੀ ਸੈਟਅਪ ਕਰ ਦਾਂਗੇ ਇਸ ਅੰਦੋਲਨ ਤੋਂ ਬਾਅਦ। ਅੱਜ ਉਹ ਆਪ ਹੁਦਰੀਆਂ ਕਰ ਲੈਣ ਜਿਹੜੀਆਂ ਕਰਨੀਆਂ ਜੀ ਸਦਕੇ, ਉਹ ਦੇਖਣ। ਪਰ ਅਸੀਂ ਬੜੇ ਸਪਸ਼ਟ ਹਾਂ, ਅਸੀਂ ਖੁਦ ਰਾਜ ਭਾਗ ਭਾਵੇਂ ਨਹੀਂ ਚਲਾਉਣਾ, ਪਰ ਜਿਹੜੀਆਂ ਮਾਨਤਾਵਾਂ ਡੈਮੋਕ੍ਰੇਸੀ 'ਚ ਹੁੰਦੀਆਂ, ਜਿਹੜਾ ਵੀ ਰਾਜ ਗੱਦੀ ਤੇ ਬੈਠਦਾ ਉਹਦੀ ਮੁੱਢਲੀ ਡਿਊਟੀ ਹੁੰਦੀ ਹੈ ਵੀ ਲੋਕਾਂ ਦੀ ਨਬਜ਼ ਪਛਾਣੇ ਔਰ ਲੋਕਾਂ ਦੀ ਨਬਜ਼ ਅਨੁਸਾਰ ਫੈਸਲੇ ਲਵੇ। ਇਹ ਨਹੀਂ ਹੁੰਦਾ ਵੀ ਕੁਝ ਕਾਰਪੋਰੇਟਸ ਨੇ ਫਾਈਨੈਂਸ ਕਰਤਾ ਇਲੈਕਸ਼ਨਾਂ ਦੇ ਵਿੱਚ, ਸਾਰਾ ਕੁਝ ਦੇਸ਼ ਗਹਿਣੇ ਕਾਰਪੋਰੇਟਸ ਕੋਲ ਕਰ ਦੇਣਾ। ਅੱਜ ਅੰਬਾਨੀ ਅਡਾਨੀ ਤੋਂ ਬਿਨਾਂ ਮੋਦੀ ਨੂੰ ਕੁਝ ਸੁਝਦਾ ਨਹੀਂ। ਔਰ ਬਦਕਿਸਮਤੀ ਇਹ ਹੈ ਇਸ ਦੇਸ਼ ਦੀ ਵੀ ਅੱਜ ਅੰਬਾਨੀਆਂ ਦੇ ਕੋਲ ਤੇਲ ਸੈਕਟਰ ਵੀ ਹੈ, ਅੰਬਾਨੀਆਂ ਦੇ ਕੋਲ ਡਿਫੈਂਸ ਵੀ ਹੈ, ਅੰਬਾਨੀਆਂ ਦੇ ਕੋਲ ਕਮਿਊਨੀਕੇਸ਼ਨ ਵੀ ਹੈ, ਅਡਾਨੀਆਂ ਦੇ ਕੋਲ ਹਵਾਈ ਅੱਡੇ ਵੀ ਨੇ, ਅੰਬਾਨੀਆਂ ਦੇ ਕੋਲ ਕੋਲ ਸੈਕਟਰ ਵੀ ਹੈ, ਅੰਬਾਨੀਆਂ ਦੇ ਕੋਲ ਜਿਹੜਾ ਹੁਣ ਐਗਰੀਕਲਚਰ ਸੈਕਟਰ ਵੀ ਆ ਗਿਆ। ਅੰਬਾਨੀ ਵੀ ਟੋਟਲ ਜਿਹੜੀ ਇਕਨੋਮੀ ਉਹਨੂੰ ਤਬਾਹ ਕਰਨ ਤੇ ਤੁਲੇ ਹੋਏ ਨੇ। 2 ਘਰ ਨੇ ਜਿਨ੍ਹਾਂ ਦੇ ਅੱਗੇ ਮੋਦੀ ਲੰਮਾ ਪਿਆ, ਤੇ ਇਹ ਦੇਸ਼ ਦੇ ਹਿੱਤ ਵਿੱਚ ਫੈਸਲੇ ਕੋਈ ਨਹੀਂ ਹੋ ਰਹੇ, ਉਹ ਦੋਹਾਂ ਨੂੰ ਪਾਲਣ ਨੂੰ ਸਾਰੇ ਫੈਸਲੇ ਲਏ ਜਾ ਰਹੇ ਨੇ। ਸਾਨੂੰ ਇਹ ਇੱਕ ਸ਼ੰਕਾ ਖੜਾ ਹੁੰਦਾ ਹੈ ਵੀ ਜੇ ਇਸੇ ਤਰ੍ਹਾਂ ਹੁੰਦਾ ਰਿਹਾ, ਈਸਟ ਇੰਡੀਆ ਕੰਪਨੀ ਕਿਸੇ ਵੇਲੇ ਵਪਾਰ ਕਰਨ ਆਈ ਸੀ, ਉਹਨੇ ਦੇਸ਼ ਨੂੰ ਗੁਲਾਮ ਕਰ ਲਿਆ ਸੀ। ਜੇ ਦੋਵੇਂ ਘਰ ਇਕੱਠੇ ਹੋ ਕੇ ਦੇਸ਼ ਮੁੜ ਕੇ ਗੁਲਾਮ ਹੋ ਜਾਏਗਾ, ਉਹ ਅਸੀਂ ਹੋਣ ਨਹੀਂ ਦੇਵਾਂਗੇ। ਔਰ ਪੰਜਾਬ ਦੀ ਇੱਕ ਖਾਸੀਅਤ ਹੈ, ਜਿਸ ਅੰਦੋਲਨ 'ਚ ਪੰਜਾਬ ਕੁੱਦ ਪਿਆ ਉਹ ਕਦੀ ਅੱਜ ਤੱਕ ਅੰਦੋਲਨ ਰੁਕਿਆ ਨਹੀਂ, ਉਹ ਕਿਸੇ ਕੰਢੇ ਲੱਗਦਾ ਹੈ। ਪੰਜਾਬ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਗੁਜਰਾਤ ਨੇ ਆਜ਼ਾਦੀ ਨਹੀਂ ਲੈ ਕੇ ਦਿੱਤੀ। ਜੇ ਮਰੇ ਨੇ ਕੱਟ ਵੱਢ ਹੋਈ ਹੈ ਤਾਂ ਪੰਜਾਬੀਆਂ ਦੀ, ਚਾਹੇ ਪਾਕਿਸਤਾਨੀ ਪੰਜਾਬੀਆਂ ਦੀ, ਚਾਹੇ
इस पंजाबियों की ईस्टर्न पंजाबियों की कटवट हुई है। लखां पंजाबी मरे आज़ादी की लड़ाई में, तो गुजराती नहीं मरे। जे आज़ादी की लड़ाई में फांसी चढ़े तो पंजाबी चढ़े, गुजराती एक भी नहीं चढ़िया। जे एमरजेंसी के विरुद्ध लड़े तो पंजाबी लड़े, एक भी गुजराती ने जेल की हवा नहीं खाधी। जे किते JP ने जिहड़ा पंजाबी साइकी नूं समझदा सी, बिहारी सी, पंजाब में आके उन्हें नारा देता जनता पार्टी का। कोई जनता पार्टी नहीं सी, सारे देश में जनता जनता हो गई। इत्थे जनता पार्टी की सरकार स्थापित हो गई, वो वक्री गल है भी पॉलीटिशियन फेल होए, लोकी फेल नहीं होए। उसते बाद जिन्ने भी अंदोलन पंजाब तो चले ने, हरेक अंदोलन अपने नतीजे ते अपड़िया, ये अंदोलन भी अपने नतीजे दिखाएगा। सर एक देखिएगा कि आपसी जत्थे में धड़ेबंदी काफ़ी खड़ी हो चुकी होगी, डकौंदा ते उगराहां विच काफ़ी मतभेद हो चुके हैं, उस बारे तुहाडा की कहना जी? नहीं, कोई ऐसी गल नहीं, आपस में सॉर्ट आउट हो जाती है जो असीं बैठते हैं। मैं बड़ा स्पष्ट करा, इन्नी डिबेट होंदी है, 5-5 घंटे मीटिंग चलती है, एक मुद्दे नूं हर एक नूं कोशिश करते हैं भी हर एक का जिहड़ा मन है ਉਹਦੇ ਚ शंके ने जो सारे दूर हो सकन। कोई इदां दी गल नहीं, जे कोई किते किसी दी है असीं बैठ के नजिठ लांगे। सर लास्ट सवाल है भी जिहड़ा रूरल डेवलपमेंट फंड केंद्र सरकार ने बंद कीता, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? देखो जी, वो साडा फंड है, ਉਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਹੈ। ਉਹ ਕੇਂਦਰ ਦਾ ਉਹਦੇ ਵਿੱਚ ਕੋਈ ਮਤਲਬ ਨਹੀਂ। जिन्नियां भी फसलों ने वो 3% रूरल डिवेलपमेंट फंड इसलिए होंगे भी जिहदे नाल पिंडां दीयां सड़कां बनदियां, पिंडां दी डिवेलपमेंट होंदी है। जे उन्होंने अज रोकिया, एक तानाशाही हुक्म है, असीं इहदा विरोध करते हैं। कल मीटिंग हुई है, बहुत वधिया मतलब मीटिंग हुई है, लगभग 250 किसान जथेबंदियां दी वो मीटिंग हुई है, जिहदे विच पंजाब दीयां 30 जथेबंदियां ने पार्टिसिपेट किया है और पंजाब दीयां जथेबंदियां दे ही मतलब इस यत्ना सदका ये मीटिंग संभव हुई है। मैं कहना बहुत धन्नवादी असीं बाहरलियां स्टेटां दे जिन्हां ने आके मीटिंग की और उहदे विच फैसले ले गए है कि 5 तरीक नूं पूरे मतलब भारत के अंदर चक्का जाम होना 4 घंटे के लिए। उस तो बाद 26 ते 27 तरीक नूं दिल्ली का प्रोग्राम दिता है, जिहदे वास्ते पंजाब दीयां जिहड़ियां बाकी जथेबंदियां हैं वो असीं हजे ट्राई कर रहे हैं कि एक बहुत बड़ा संगठन है जिन्होंने राष्ट्रीय किसान महासंघ कहा जा रहा है, वो बाहर है हजे, उन्होंने मीटिंग भी असीं सद्दी है। 3 तरीक को मीटिंग होनी है। साडी कोशिश होएगी कि भारत की कोई भी जथेबंदी इहदे तो बाहर ना रहे। जिस तरह इन्होंने साडी रिक्वेस्ट प्रवान की है, उम्मीद रखते हैं वो भी साडी रिक्वेस्ट को प्रवान करनगे और ये लड़ाई है जिहड़ी पूरे भारत की बन जाएगी आने वाले दिनों के विच। और वो जिहड़ा साडा 26-27 वाला प्रोग्राम है वो सारे भारत दीयां किसान जथेबंदियां इकट्ठियां होकर असीं एक बहुत बड़ा प्रोग्राम जिहड़ा इहनूं बनावांगे और ये सफलता हासिल करांगे, साडे किसानां दी बंद खलासी करावांगे। की मन्निया जा सकदा है जिस तरह पंजाब विच लगातार किसान संघर्ष कर रहे हैं, जेल रुके रहे हैं, उस तरह का ही संघर्ष जिहड़ा पूरा इंडिया लेवल पे भी जिहड़े किसान जथेबंदियां छेड़ सकदियां ने? देखो इहदी जेकर जे तैनूं समझ लिया ये पूरे देश लिए माड़ा है। अगर इन्हां आर्डीनेंसां दा प्रभाव पैना है तो पूरे देश के किसानों की जमीन कारपोरेटां दे कब्जे च जानी है, कल्ले पंजाब की जमीन नहीं जानी। ये गल समझण दी लोड़ है और वो भी समझ रहे हैं इस गल नूं। दूसरी जिहड़ी गल है कि जिहड़ा आम साडा कंज्यूमर है, जिहड़ा तीसरा कानून है जिहदे विच अपना 1955 के एक्ट की सोध करके इन्होंने एसेंशियल कमोडिटी एक्ट नूं सुधारिया है, ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਲਿਮਿਟੇਸ਼ਨ ਹੈ ਜਿਹੜੀਆਂ ਉਹ ਬੜੀਆਂ ਵੱਡੀਆਂ ਕਰਤੀਆਂ ਕਿ ਜਿੰਨਾ ਮਰਜ਼ੀ ਕੋਈ ਅਨਾਜ ਸਟੋਰ ਕਰ ਸਕਦਾ ਹੈ ਔਰ ਰੇਟ ਵੀ ਡਬਲ ਚਾਰਜ ਕਰ ਸਕਦਾ ਹੈ। ਉਹ ਸਾਡੇ ਸਾਰੇ ਹੀ ਖਪਤਕਾਰ ਜਿਨ੍ਹਾਂ ਨੇ ਵੀ ਅਨਾਜ ਲੈ ਕੇ ਖਾਣਾ ਹੈ, ਜਿਨ੍ਹਾਂ ਨੇ ਵੀ ਦਾਲਾਂ ਲੈ ਕੇ ਖਾਣੀਆਂ ਹੈ, ਜਿਨ੍ਹਾਂ ਨੇ ਸਬਜ਼ੀਆਂ ਲੈ ਕੇ ਖਾਣੀਆਂ ਹੈ, ਉਹ ਉਹਨਾਂ ਨੂੰ ਬਹੁਤ ਸਿੱਧਾ ਮਤਲਬ ਉਹਨੇ ਅਫੈਕਟ ਕਰਨਾ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਪੂਰਾ ਭਾਰਤ इस अंदोलन नूं साडा सहयोग देगा और दे भी रहा है। बाहरले देशों तो सानूं सहयोग मिल रहा है तो भारत दे विच भी साडी आवाज़ जाएगी। जिस तरह की केंद्र सरकार हुण नवा तरह का प्रैशर जिहड़ा पा रही है कि पंजाब विच जिहड़ियां माल तुहाडा भी हुण की अगां रणनीति होनी चाहिए है रेल गड्डियां दे चलन नूं लैके? एक तुसीं तजर्बा देखिया होगा, शायद तुसीं भी कदे सप्प मार के वेखिया होवे। असीं बहुत मारदे हां खेतां दे विच, जदों असीं सप्प दे उत्ते जा चढ़दे हां ना लैके डांग, उदों सप्प दवा दा फन चकदा हुंदा है ते फकारे मारदा भी मतलब मैं खवनी की कर दूंगा। ये वो सरकार दे फकारे है, कुछ नहीं इन्हां गल्लां दे विच। ये जरूर है कि जिवें सप्प नूं पता लग जांदा ना भी डांग वाला आ गया, उवें साडी सरकार नूं पता लग गया कि देश दा किसान अज जागृत हो गया, देश दा मजदूर जागृत हो गया, देश दा हर वर्ग जागृत हो गया। ये साडे कानूनां दे खिलाफ लड़ाई शुरू हो गई है। अखीरले फकारे मार मार वेखदे हैं और आने वाले दिनों जो बड़ा अंदोलन लड़िया ये फकारे भी ठंडे हो जाएंगे। सरकार नूं आपदे ठिकाने ते आउणा पैना है, सरकार नूं समझना पैना है, सरकार नूं समझना पैना है कि उन्हां दे आपदे पंजाब दे विचों बड़े बड़े जिहड़े थंम है वो टुट के साडे नाल आ रहे हैं। तो इसदा मतलब यह है भी साडी लड़ाई सद्दी है, सही है, ठीक है, जितांगे।
ਪ੍ਰਧਾਨ ਸਾਹਿਬ ਸੱਪ ਤਾਂ ਹੋਰ ਵੀ ਲਿਆ ਰਿਹਾ ਕਾਨੂੰਨ, ਪਰਾਲੀ ਵਾਲਾ ਕਾਨੂੰਨ ਬਣਾ ਰਿਹਾ ਤੇ ਤੁਸੀਂ ਪਹਿਲਾਂ ਵਾਲੇ ਕਹਿੰਦੇ ਵੀ ਰੱਦ ਨਹੀਂ ਹੋਣਾ। ਦੇਖੋ ਗੱਲ ਕੀ ਹੈ, ਆਉਣ ਦਿਓ ਜਿਹੜੇ ਆਉਂਦੇ ਆ ਕਾਨੂੰਨ ਬਣਦੇ ਜਾ ਰਹੇ ਨੇ, ਬਣਨੇ ਆ। ਮੋਦੀ ਦਾ ਸੁਭਾਅ ਜਿਹੜਾ ਡਿਕਟੇਟਰਸ਼ਿਪ ਬਣ ਕੇ ਰਹਿਣਾ ਹੈ, ਲੇਕਿਨ ਕਾਨੂੰਨ ਕੋਈ ਵੀ ਕਾਨੂੰਨ ਮਤਲਬ ਅਸੀਂ ਇਹਦਾ ਜਿਹੜਾ ਸਾਡੇ ਖਿਲਾਫ ਹੋਏਗਾ, ਲੋਕਾਂ ਦੇ ਖਿਲਾਫ ਹੋਏਗਾ, ਉਹਦੇ ਨਾਲ ਅਸੀਂ ਸਹਿਮਤੀ ਨਹੀਂ ਦੇਵਾਂਗੇ। ਉਹਦੇ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ। ਹੁਣ ਤੋਂ ਜਿਹੜਾ ਆਉਂਦਾ ਸਾਡੇ ਸਾਹਮਣੇ ਤਾਂ ਹੁੰਦਾ ਕੀ ਆ ਰਿਹਾ। ਦੇਖਿਆ ਗਿਆ ਜਥੇਬੰਦੀਆਂ ਵਿੱਚ ਦਿਖਾਉਂਦਾ ਅਤੇ ਉਗਰਾਹਾਂ ਵਿੱਚ ਆਪਸੀ ਕਾਫੀ ਮਤਭੇਦ ਹੋ ਚੁੱਕੇ ਆ। ਇਹ ਕਿਤੇ ਨਾ ਕਿਤੇ ਤੁਹਾਡੇ ਮੋਰਚੇ ਦੇ ਇਹ ਕਹਿ ਲਈਏ ਵੀ ਅਸਰ ਪਾ ਸਕਦਾ ਕਿਸਾਨਾਂ ਦੀ ਜਿਹੜੀ ਆਪਣੀ। ਨਹੀਂ, ਦੇਖੋ ਗੱਲ ਕੀ ਹੈ, ਇੱਕ ਤਾਂ ਇਹ ਗੱਲ ਨੂੰ ਸਮਝੋ ਕਿ ਜਥੇਬੰਦੀਆਂ ਦੇ ਵਿੱਚ ਅਗਰ ਮਤਭੇਦ ਵਿਚਾਰਧਾਰਕ ਮਤਭੇਦ ਨਾ ਹੁੰਦੇ ਤੇ ਜਥੇਬੰਦੀਆਂ ਇੰਨੀਆਂ ਨਹੀਂ ਸੀ ਬਣਨੀਆਂ। ਇਹ 'ਚ ਕੋਈ ਰੌਲਾ ਨਹੀਂ ਹੈ, ਮਤਭੇਦਾਂ ਨਾਲ ਹੀ ਜਥੇਬੰਦੀਆਂ ਬਣੀਆਂ। ਲੇਕਿਨ ਅੱਜ ਸਾਰੇ ਹੀ ਆਪਦੇ ਕਿਸਾਨਾਂ ਨੂੰ, ਆਪਦੇ ਪੰਜਾਬ ਨੂੰ ਬਚਾਉਣ ਵਾਸਤੇ ਸਿਰ ਤੋੜ ਯਤਨ ਕਰ ਰਹੇ ਨੇ, ਸਿਰ ਜੋੜ ਕੇ ਲੜ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਇਸ ਅੰਦੋਲਨ ਦੇ ਵਿੱਚ ਕਿਸੇ ਅਜਿਹੇ ਮਤਭੇਦ ਦਾ ਕੋਈ ਅਸਰ ਆਊਗਾ। ਇਹਦਾ ਕੋਈ ਅਸਰ ਨਹੀਂ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।